18ਵੀਂ ਪੌੜੀ ਵਿੱਚ ਸੰਬੰਧਿਤ 3 ਸ਼ਲੋਕ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੂਤਕ ਪਾਤਕ ਦਾ ਜ਼ਿਕਰ ਕੀਤਾ ਹੈ। ਜਨਮ ਤੇ ਮਰਨ ਦੇ ਨਾਲ ਸਾਡੇ ਦੇਸ਼ ਦੇ ਵਿੱਚ ਸੂਤਕ ਤੇ ਪਾਤਕ ਨੂੰ ਮੰਨਦੇ ਨੇ। ਉਸ ਘਰ ਨੂੰ ਅਪਵਿੱਤਰ ਮੰਨਦੇ ਨੇ, ਉਸ ਘਰ ਨੂੰ ਸੂਤਕ ਲੱਗਿਆ ਮੰਨਦੇ ਨੇ, ਪਾਤਕ ਲੱਗਿਆ ਮੰਨਦੇ ਨੇ ਜਿੱਥੇ ਕੋਈ ਮ੍ਰਿਤੂ ਹੋ ਗਈ ਹੈ ਜਾਂ ਕਿਸੇ ਦਾ ਜਨਮ ਹੋਇਆ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਜਨਮ ਤੇ ਮਰਨ ਵਿਆਪਕ ਹੈ। ਜ਼ਮੀਨ ਤੇ ਇੱਕ ਹੱਥ ਵੀ ਐਸੀ ਜਗ੍ਹਾ ਨਹੀਂ ਜਿੱਥੇ ਜਨਮ ਤੇ ਮਰਨ ਚੱਲ ਨਾ ਰਿਹਾ ਹੋਵੇ। ਸੂਖਸ਼ਮ ਜਗਤ ਹੈ, ਅਤੀ ਸੂਖਸ਼ਮ ਹੈ, ਅਤੀ ਅਸਥੂਲ ਹੈ। ਜਿਸ ਤਰ੍ਹਾਂ ਪ੍ਰਮਾਤਮਾ ਵਿਆਪਕ ਹੈ, ਇਸ ਤਰ੍ਹਾਂ ਜਗਤ ਦੇ ਵਿੱਚ ਜਨਮ ਤੇ ਮਰਨ ਵਿਆਪਕ ਹੈ। ਔਰ ਜਨਮ ਤੇ ਮਰਨ ਦੇ ਨਾਲ ਹੀ ਸੂਤਕ ਪਾਤਕ ਮੰਨਣਾ ਹੈ ਤਾਂ ਪ੍ਰਮਾਤਮਾ ਦੀ ਤਰ੍ਹਾਂ ਸੂਤਕ ਤੇ ਪਾਤਕ ਵਿਆਪਕ ਹੀ ਹੋਇਆ। ਫਿਰ ਕੋਈ ਐਸਾ ਘਰ ਨਹੀਂ ਜਿੱਥੇ ਸੂਤਕ ਨਹੀਂ, ਫਿਰ ਕੋਈ ਐਸਾ ਘਰ ਨਹੀਂ ਜਿੱਥੇ ਪਾਤਕ ਨਹੀਂ। ਇੱਥੇ ਤਰਕ ਖੜੀ ਹੋਵੇਗੀ ਕਿ ਹਰ ਘਰ ਦੇ ਵਿੱਚ ਤੇ ਮ੍ਰਿਤੂ ਨਹੀਂ ਹੈ, ਹਰ ਘਰ ਦੇ ਵਿੱਚ ਤੇ ਜਨਮ ਨਹੀਂ ਹੈ। ਕਿਸੇ ਕਿਸੇ ਘਰ ਦੇ ਵਿੱਚ ਕਦੋਂ ਕਦੋਂ ਜਨਮ ਹੈ, ਕਿਸੇ ਕਿਸੇ ਵਕਤ ਹੈ। ਤੋ ਸੂਤਕ ਪਾਤਕ ਕਿਸੇ ਕਿਸੇ ਵਕਤ ਕਿਸੇ ਘਰ 'ਚ ਹੋ ਸਕਦਾ ਹੈ, ਔਰ ਉਹ ਵੀ ਕੁਝ ਘਰਾਂ ਦੇ 'ਚ ਹੋ ਸਕਦਾ ਹੈ, ਸਾਰਿਆਂ ਦੇ 'ਚ ਨਹੀਂ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਉਦਾਹਰਣ ਦਿੰਦੇ ਨੇ, ਜੰਮਣਾ ਤੇ ਮਰਨਾ ਸਿਰਫ ਮਨੁੱਖ ਦਾ ਥੋੜੀ ਹੈ। ਔਰ ਵਾਕਈ ਜਨਮ ਤੇ ਮਰਨ ਦੇ ਨਾਲ ਹੀ ਸੂਤਕ ਪਾਤਕ ਜੋੜਨਾ ਹੈ ਤਾਂ ਅਨੰਤ ਜੀਵ ਜੰਮ ਰਹੇ ਨੇ, ਮਰ ਰਹੇ ਨੇ। ਜੈਸੇ ਕਿ ਮਹਾਰਾਜ ਕਹਿੰਦੇ ਨੇ, ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਜੇ ਮੰਨਣਾ ਹੈ ਤਾਂ ਫਿਰ ਸੂਤਕ ਵਿਆਪਕ ਹੈ। ਫਿਰ ਕੋਈ ਵੀ ਘਰ ਐਸਾ ਨਹੀਂ ਜੋ ਸੂਤਕ ਤੋਂ ਬਚਿਆ ਹੋਵੇ। ਮਸਲਨ ਗੋਹੇ ਅਤੇ ਲੰਕੜੀ ਅੰਦਰ ਕੀੜਾ ਹੋਏ। ਜੋ ਘਰ ਵਿੱਚ ਬਾਲਣ ਬਾਲਦੇ ਹਾਂ, ਚਾਹੇ ਕਿਸੇ ਤਰ੍ਹਾਂ ਦਾ ਵੀ ਹੈ, ਉਹਦੇ ਨਾਲ ਅਨੰਤ ਜੀਵ ਮਰ ਜਾਂਦੇ ਨੇ। ਬੇਸ਼ੁਮਾਰ ਜੀਵ ਮਰ ਜਾਂਦੇ ਨੇ। ਧਰਤੀ ਦੇ ਉੱਤੇ ਕਿਸੇ ਥਾਂ ਤੇ ਵੀ ਅੱਗ ਬਾਲੀਏ, ਬਸ ਅੱਗ ਦੇ ਬਾਲਦਿਆਂ ਹੀ ਜੀਵ ਮਰਨਗੇ। ਇਹਦੇ ਸੂਤਕ ਲੱਗ ਗਿਆ, ਪਾਤਕ ਲੱਗ ਗਿਆ। ਮਹਾਰਾਜ ਕਹਿੰਦੇ ਸਿਰਫ ਇਤਨਾ ਹੀ ਨਹੀਂ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਜੇ ਸੂਤਕ ਮ੍ਰਿਤੂ ਦੇ ਨਾਲ ਮੰਨਣਾ ਹੈ, ਜਨਮ ਦੇ ਨਾਲ ਮੰਨਣਾ ਹੈ, ਤਾਂ ਕਮ ਸੇ ਕਮ ਮਨੁੱਖ ਅੰਨ ਤੇ ਖਾਂਦਾ ਹੈ, ਅਨਾਜ ਤੇ ਖਾਂਦਾ ਹੈ, ਤਾਂ ਅਨਾਜ ਦੇ ਅੰਦਰ ਵੀ ਜੀਵ ਹੈ। ਔਰ ਜਿਸ ਵਕਤ ਅਸੀਂ ਅੰਨ ਦੇ ਦਾਣਿਆਂ ਨੂੰ ਭੁੰਨਦੇ ਹਾਂ, ਉਹ ਉਛਲਦੇ ਨੇ ਔਰ ਆਵਾਜ਼ ਵੀ ਕਰਦੇ ਨੇ। ਇਹ ਸਬੂਤ ਹੈ ਕਿ ਉਹਨਾਂ ਦੇ 'ਚ ਜੀਵ ਹੈ। ਜਦੋਂ ਅਸੀਂ ਉਹਨਾਂ ਨੂੰ ਭੁੰਨਦੇ ਹਾਂ, ਬਕਾਇਦਾ ਆਵਾਜ਼ ਕਰਦੇ ਨੇ। ਪੀਸ ਦਿੱਤਾ ਗਿਆ, ਉਹਨਾਂ ਨੂੰ ਅਸੀਂ ਖਾ ਰਹੇ ਹਾਂ। ਕਿਤਨਾ ਜੀਵ ਅਸੀਂ ਆਪਣੇ ਅੰਦਰ ਪਚਾ ਲੈਂਦੇ ਹਾਂ। तो फिर अन्न ਦਾ ਖਾਣਾ ਵੀ ਸੂਤਕ ਹੈ, ਜੋ ਕਰੀਬਨ ਹਰ ਘਰ ਦੇ ਵਿੱਚ ਖਾਇਆ ਜਾ ਰਿਹਾ ਹੈ। ਇਸ ਕਰਕੇ ਹਰ ਘਰ ਦੇ ਵਿੱਚ ਸੂਤਕ ਲੱਗਿਆ ਹੋਇਆ ਮੰਨਣਾ ਪਏਗਾ। ਫਿਰ ਵੇਖੀਏ ਪਾਣੀ ਨੂੰ, ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਕੋਇ। ਸਮੂਹ ਬ੍ਰਹਿਮੰਡ ਦੀ ਹਰਿਆਵਲੀ ਜਿਸ ਪਾਣੀ ਦੇ ਆਸਰੇ ਤੇ ਹੈ, ਇਹ ਬ੍ਰਹਿਮੰਡ ਦਾ ਪਹਿਲਾ ਜੀਵਨ ਹੈ। ਕਹਿੰਦੇ ਨੇ ਜੀਵ ਪਹਿਲੇ ਵਿਕਸਿਤ ਹੋਇਆ ਹੀ ਪਾਣੀ ਦੇ ਵਿੱਚ, ਔਰ ਉੱਥੋਂ ਵਿਕਾਸ ਕਰਦਿਆਂ ਕਰਦਿਆਂ ਇਹ ਖੁਸ਼ਕੀ ਦੇ ਚ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਫਰਮਾਨ ਵੀ ਕਰਦੇ ਨੇ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਪਰਿਪੂਰਨ ਪਰਮਾਤਮਾ ਤੋਂ ਪਵਨ ਹੋਈ, ਧੁੰਦ ਹੋਈ, ਗੈਸ ਹੋਈ, ਫਿਰ ਉਸ ਤੋਂ ਪਾਣੀ ਬਣਿਆ, ਤੇ ਫਿਰ ਪਾਣੀ ਦੇ ਵਿੱਚ ਜੀਵਨ ਬਣਿਆ, ਜੋ ਵਿਕਾਸ ਕਰਦਿਆਂ ਕਰਦਿਆਂ ਸਮੂਹ ਬ੍ਰਹਿਮੰਡ ਦੇ ਵਿੱਚ ਫੈਲਿਆ ਹੈ। ਅਨੰਤ ਤਰ੍ਹਾਂ ਦੇ ਜੀਵ ਤੋਂ ਪਾਣੀ ਤੋਂ ਜਗਤ ਦਾ ਜੀਵਨ ਹੈ। ਹਰ ਤਰ੍ਹਾਂ ਦੇ ਜੀਵਨ ਦੀ ਉਤਪਤੀ ਪਾਣੀ ਤੋਂ ਹੈ। ਤਾਂ ਕਮ ਸੇ ਕਮ ਪਾਣੀ ਤੇ ਪੀਆਂਗੇ ਤਾਂ ਪਾਣੀ ਦੇ ਪੀਂਦਿਆਂ ਵੀ ਸੂਤਕ ਪਾਤਕ ਲੱਗੇਗਾ। ਕਿਉਂਕਿ ਬੇਸ਼ੁਮਾਰ ਜੀਵ ਅੰਦਰ ਮਰ ਜਾਣਗੇ। ਜੀਵ ਹੱਤਿਆ ਉੱਠਦਿਆਂ ਬੈਠਦਿਆਂ ਸਵਾਸ ਲੈਂਦਿਆਂ ਵੀ ਹੋ ਰਹੀ ਹੈ, ਕਿਉਂਕਿ ਹਵਾ ਦੇ ਵਿੱਚ ਵੀ ਕੀਟਾਣੂ ਨੇ। तो ਸਾਹਿਬ ਕਹਿੰਦੇ ਨੇ ਪਹਿਲਾ ਪਾਣੀ ਜੀਵ ਹੈ, ਜਿਤ ਹਰਿਆ ਸਭ ਕੋਏ।
ਸੂਤਕ ਕਿਉਂ ਕਰ ਰੱਖੀਏ, ਸੂਤਕ ਪਵੇ ਰਸੋਏ। ਕਿਸ ਤਰ੍ਹਾਂ ਤੁਸੀਂ ਸੂਤਕ ਨੂੰ ਮੰਨੋਗੇ ਤੇ ਰੱਖੋਗੇ? ਪ੍ਰਥਮ ਤੇ ਹਰ ਬੰਦੇ ਦੀ ਰਸੋਈ ਦੇ ਵਿੱਚ ਹੀ ਸੂਤਕ ਹੈ, ਕਿਉਂਕਿ ਉੱਥੇ ਭੋਜਨ ਬਣ ਰਿਹਾ, ਸਬਜ਼ੀਆਂ ਬਣ ਰਹੀਆਂ ਨੇ, ਸਾਗ ਦਾਲਾਂ ਬਣ ਰਹੀਆਂ ਨੇ ਔਰ ਰੋਟੀਆਂ ਬਣ ਰਹੀਆਂ ਨੇ। ਇਸ ਦੇ ਵਿੱਚ ਜੀਵ ਮਰ ਰਹੇ ਨੇ, ਬੇਸ਼ੁਮਾਰ ਜੀਵ ਮਰ ਰਹੇ ਨੇ। ਤੋ ਇਸ ਤਰੀਕੇ ਨਾਲ ਕਿਸੇ ਦੀ ਵੀ ਰਸੋਈ ਸੁੱਚੀ ਨਹੀਂ ਹੈ, ਪਿੱਟੀ ਹੋਈ ਹੈ, ਸੂਤਕ ਲੱਗਿਆ ਹੋਇਆ ਹੈ, ਪਾਤਕ ਲੱਗਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਕਿ ਵਾਸਤਵਿਕ ਇਹ ਸੂਤਕ ਭਰਮ ਤੇ ਹੀ ਖੜਾ ਹੈ। ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਦੋਏ। ਇਹ ਸੂਤਕ, ਇਹ ਪਿੱਠ, ਇਹ ਮਲਨਤਾ, ਇਹ ਅਪਵਿੱਤਰਤਾ ਇਸ ਤਰੀਕੇ ਨਾਲ ਨਹੀਂ ਉਤਰੇਗੀ ਜਿਵੇਂ ਕਿ ਜਗਤ ਸੋਚਦਾ ਹੈ ਬਈ ਇਸ ਘਰ ਦੇ ਸੂਤਕ ਲੱਗਿਆ ਹੈ, ਇੱਥੇ ਕੁਝ ਖਾਣਾ ਪੀਣਾ ਨਹੀਂ, ਇਹਦੇ ਨਾਲ ਪਿੱਟਣਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਸੂਤਕ ਗਿਆਨ ਨਾਲ ਉਤਰੇਗਾ। ਜਿੱਥੇ ਗਿਆਨ ਹੈ ਉਹਨੂੰ ਕੋਈ ਸੂਤਕ ਪਾਤਕ ਨਹੀਂ ਲੱਗਦਾ। ਜਿੱਥੇ ਈਸ਼ਵਰ ਦਾ ਗਿਆਨ ਹੈ ਉਹ ਕਤਈ ਅਪਵਿੱਤਰ ਹੁੰਦਾ ਹੀ ਨਹੀਂ। ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਧੋਏ। ਪਰ ਸੰਤ ਜਨ ਮਹਾਪੁਰਸ਼ ਅਕਸਰ ਕਹਿੰਦੇ ਨੇ ਕਿ ਫਲਾਣਾ ਮੈਲਾ ਹੋ ਗਿਆ ਹੈ, ਅਪਵਿੱਤਰ ਹੋ ਗਿਆ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਜਿਹੜੀ ਅਪਵਿੱਤਰਤਾ ਹੈ ਉਸ ਦਾ ਜਨਮ ਤੇ ਮਰਨ ਦੇ ਨਾਲ ਸੰਬੰਧ ਨਹੀਂ ਹੈ, ਕਿਉਂਕਿ ਇਹ ਜਿਹੜਾ ਜੰਮਣਾ ਤੇ ਮਰਨਾ ਹੈ ਇਹ ਤੇ ਪ੍ਰਭੂ ਦਾ ਹੁਕਮ ਹੈ। ਤੇ ਜੇ ਇਸ ਨਾਲ ਹੀ ਸੂਤਕ ਪਾਤਕ ਲੱਗਦਾ ਹੈ ਤਾਂ ਫਿਰ ਪ੍ਰਮਾਤਮਾ ਦਾ ਹੁਕਮ ਵੀ ਨਿਰਮਲ ਨਹੀਂ ਹੋ ਸਕਦਾ, ਉਹਦੀ ਬਣਾਈ ਹੋਈ ਮਰਿਆਦਾ ਵੀ ਪਾਵਨ ਨਹੀਂ ਹੋ ਸਕਦੀ। तो फिर सूतक क्या बिल्कुल नहीं है। इतनी व्याख्या करने तो बाद गुरु नानक देव जी महाराज कहते हैं सूतक है, पातक है, वास्तविक सूतक है। और वो केड़ा है? सतगुरु कहते ने मन का सूतक लोभ है, जेवा सूतक कूड़। हैगा सूतक मन का जिहड़ा सूतक है वो लोभ है। लोभी दा मन पावन हो ही नहीं सकता, क्योंकि लोभी दा मन अपने आप दे च होंदा ही नहीं, अपने घर दे च होंदा ही नहीं। उस लोभी दा मन अपने तन दे च होंदा ही नहीं, हमेशा दूसरे दे तन दे च होंदा है। लोभी दा मन अपने धन दे च होंदा ही नहीं, दूसरे दे धन दे च होंदा है। लोभी दा मन अपने परिवार दे च होंदा ही नहीं, वो दूजी थां ते होंदा है। इस वास्ते साहिब कहंदे ने कि मन दा जो सूतक है वो लोभ है। जिहवा सूतक कूड़, जबान दा सूतक है झूठ बोलना, मिथ्या बोलना, गलत बयानी करनी। ये रसना दा सूतक है। अखी सूतक वेखना पर तिरिया पर धन रूप। अख दा सूतक यह है कि पराए धन नूं लोभ दी दृष्टि नाल वेखना, पराए तन नूं वासना दी दृष्टि नाल वेखना। ये अखां दा सूतक है। और इसी तरीके नाल कन्नी सूतक, कन्न पै लाए तबारी खाए। कन्न दा सूतक यह है कि झूठ, निंदा, चुगली कन्ना नाल मनुख शौक नाल सुने। बड़ा रस मिलता है जद कन किसी दी निंदा सुनते ने। बड़ा दुख होंदा है जद किसी दी उपमा होवे। मनोविग्यानक भी कहते हैं कि मनुख उपमा भी सुनना चाहता है बशर्ते अपनी होवे। मनुख निंदा भी सुनना चाहता है बशर्ते दूजे दी होवे। मनुख निंदा भी करना चाहता है बशर्ते दूजे दी होवे। और मनुख निंदा सुनना भी चाहता है जब दूसरे दी होवे, अपने दी नहीं। महाराज कहते ये कन्ना दा सूतक है जो झूठ ते चुगली कन्ना नाल सुननी है और अपना मन किसे बारे मैला कर लेना है। फरमान नानक हंसा आदमी बद्धे जमपुर जाए। इस तरह का जो आदमी है जिहदे मन विच लोभ दा सूतक है, जिहदी अखां दे च पराए तन ते धन दा सूतक है, जिहदे कन्नां दे च पराई चुगली ते निंदा सुनन दा सूतक है। महाराज कहते हैं ऐसा मनुख
जमपुरी दे च जाएगा, बार बार जमेगा, मरेगा। ऐसा मनुख अनंत जन्म अपने ख्वार करेगा। नानक हंसा आदमी बद्धे जमपुर जाए। अगर सूतक है तो जिस सूतक तो अनंत जन्मां दा दुख पैदा होंदा है वो यही सूतक है। ਜਿਹੜਾ सूतक आम जगत ਦੇ ਚ ਮੰਨਿਆ ਜਾਂਦਾ ਹੈ ਉਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਸਾਰੇ ਦਾ ਸਾਰਾ ਸੂਤਕ ਜੋ ਮੰਨਿਆ ਜਾਂਦਾ ਹੈ ਜਿਸ ਦਾ ਸੰਬੰਧ ਜਨਮ ਤੇ ਮਰਨ ਦੇ ਨਾਲ ਹੈ, ਮਹਾਰਾਜ ਕਹਿੰਦੇ ਨੇ ਭਰਮ ਹੈ। ਭਰਮ ਤੋਂ ਮੁਰਾਦ ਇਹ ਹੈ ਕਿ ਚੀਜ਼ ਕੁਛ ਹੋਰ ਹੋਵੇ, ਦਿਖਾਈ ਕੁਛ ਹੋਰ ਦੇ। ਇਸ ਨੂੰ ਕਹਿੰਦੇ ਨੇ ਭ੍ਰਾਂਤੀ ਹੋ ਗਈ ਹੈ, ਇੱਥੇ ਭਰਮ ਪੈਦਾ ਹੋ ਗਿਆ ਹੈ। जैसे अंधेरे दे कारण करके रस्सी सप दिखाई देने लग पे तो भ्रांति है, भ्रम है। अगर सप दिखाई दे गया तो कदम रुक जाएंगे, डर पैदा हो जाएगा, खौफ पैदा हो जाएगा, चलना रुक जाएगा। पर यह भी स्पष्ट है कि वो सप नहीं है। सप प्रतीत होया है अंधकार करके। कोई लालटेन ले आया है, रोशनी कीती है, रोशनी नाल हनेरा नस गया है तो अंधकार ही नहीं नसिया, सप भी नस गया है। हुण सप भी कोई नहीं, हुण रस्सी दिखाई दे रही है, हुण सप तो है नहीं। तो जब अंधकार दूर हो गया, सप दूर हो गया तो भय भी मिट गया। अज्ञानता दे अंधकार करके वस्तु कुछ होर होंदी है, दिखाई कुछ होर देंदी। इस वास्ते अज्ञानता दा अंधकार मिटदा है ज्ञान दे प्रकाश दे नाल। तो इस वास्ते साहब कहंदे ने सभो सूतक भरम है, भ्रांति है, ये ते अज्ञानता है। दूजे लगे जाए इहदे नाल मनुख सच तो उखड़ के द्वैत दे च पै जांदा है, दुविधा दे च पै जांदा है। जद के जम्मण मरना हुक्म है भाणे आवे जाए। ये जमना ये मरना ते प्रभु दा हुक्म है, ये कोई मनुख दी बनाई हुई मर्यादा नहीं है। इसनूं गुरु नानक देव जी महाराज इंज कहंदे ने जोर न जीवन मरण न जोर। साडा जन्म होया है, इस दे साडा जोर नहीं, इस दे साडा चुनाव भी नहीं। साडी मौत होवेगी उस दे साडी इच्छा नहीं, साडा जोर नहीं। ये जन्म ते मरण महाराज कहते ने हमरे वस ना है। जन्म मरण हमरे वस ना है, ये प्रभु दे हथ च है। जद अकाल पुरख तो ही जमना मरना चल रहा है ते ओदे नाल सूतक पातक जोड़ना, ये अकाल पुरख दे नाल ही सूतक पातक जोड़ना है। जद के अकाल पुरख वो परिपूर्ण परमात्मा ते महा निर्मल है, पवित्र है। जम्मण मरना हुक्म है भाणे आवे जाए। मनुख रब दी रजा दे आउंदा है जाउंदा है, ओदी रजा करके जीव जमदे ने मरदे ने। खाना पीना पवित्र है दितोन रिजिक समाए। उस परिपूर्ण परमात्मा ने सिर सिर जीवां नूं रिजिक दिता होया है और एक खाना पीना कतई अपवित्र नहीं। किधरे खाने पीने नाल भी कोई सूतक पातक जोड़ देवे बई इस घर दा खाना पातक है, सूतक है, क्योंकि इस घर दे च जमना होया है, मरना होया है। अज भी असीं देखदे हां कि किसी घर दे च मृत्यु हो जाए तो पड़ोसी खाना बना के लेंदे ने, उस घर दे च नहीं बनाया जांदा बई इस घर दे च सूतक है। खाना भ्रष्ट हो जाएगा। इस नाल भी गुरु नानक देव जी महाराज सहमत ने। आप कहंदे ने खाना पीना पवित्र है। किसी दे मरण नाल किसी दे जमण दे नाल खाना पीना अपवित्र नहीं होंदा, खाना पीना मलीन नहीं होंदा। खाने दिते जन्म दा की प्रभाव, मरण दा की प्रभाव। अगर किसी की मृत्यु हो गई है या कोई जम पे है तो कह दिता जाए खाना भ्रष्ट हो गया, इस घर का भोजन नहीं छकिया जा सकता। साहब कहते नहीं, खाना पीना पवित्र है। देतों रिजिक संभाए, सारियां नूं उसने संभाल के रिजिक दिता होया है ते खाना पीना पावन है। नानक जिने गुरमुख बुझिया तिन्ना सूतक ना है। गुरु द्वारा गुरु तो जिन्हां नूं ये सोझ मिल गई है
ਸਮਝ ਮਿਲ ਗਈ ਹੈ, ਉਹਨਾਂ ਨੂੰ ਸੂਤਕ ਨਹੀਂ ਹੈ, ਉਹਨਾਂ ਨੂੰ ਅਪਵਿੱਤਰਤਾ ਨਹੀਂ ਹੈ। ਭਗਤ ਕਬੀਰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹਨਾਂ ਖਿਆਲਾਂ ਨਾਲ ਸਹਿਮਤ ਨੇ। ਇੱਕ ਦਿਨ ਐਸਾ ਹੋਇਆ, ਆਪ ਖੱਡੀ ਬੁਣ ਰਹੇ ਸਨ। ਕਪੜਾ ਬੁਣਦਿਆਂ ਬੁਣਦਿਆਂ ਲੋਈ ਆਪ ਦੀ ਪਤਨੀ ਆਈ, ਥਾਲੀ ਵਿੱਚ ਭੋਜਨ ਲੈ ਕੇ। ਆਪਨੇ ਉੱਥੇ ਹੱਥ ਧੋਤੇ ਤੇ ਬੈਠਿਆਂ ਹੀ ਬੈਠਿਆਂ ਉਸ ਖੱਡੀ ਤੇ ਭੋਜਨ ਕਰਨ ਲੱਗ ਪਏ। ਇੱਕ ਤਾਰਕਿਕ ਨੇ, ਇੱਕ ਬ੍ਰਾਹਮਣ ਨੇ ਕਹਿ ਦਿੱਤਾ, ਇਤਨੇ ਵੱਡੇ ਭਗਤ ਬਣੇ ਫਿਰਦੇ ਹੋ, ਪਰ ਤੁਹਾਨੂੰ ਤੇ ਭੋਜਨ ਛਕਣ ਦੀ ਵੀ ਜਾਚ ਨਹੀਂ, ਰੋਟੀ ਖਾਣ ਦਾ ਵੀ ਢੰਗ ਨਹੀਂ। ਤੋ ਭਗਤ ਕਬੀਰ ਕਹਿੰਦੇ ਨੇ, ਬ੍ਰਾਹਮਣ ਦੇਵਤਾ, ਚਲੋ ਤੂੰ ਮੈਨੂੰ ਦੱਸ ਜਾ ਫਿਰ ਢੰਗ। ਸੁੱਚੀ ਥਾਂ ਤੇ ਬੈਠ ਕੇ ਭੋਜਨ ਛਕਣਾ ਚਾਹੀਦਾ ਹੈ। ਜਿੱਥੇ ਬੈਠ ਕੇ ਤੂੰ ਕੰਮ ਪਿਆ ਕਰਦਾ ਹੈ, ਉੱਥੇ ਹੀ ਰੋਟੀ ਖਾਣ ਲੱਗ ਪਿਆ। ਭੋਜਨ ਛਕਣ ਲਈ ਪਾਵਨ ਜਗ੍ਹਾ ਚਾਹੀਦੀ ਹੈ, ਪਵਿੱਤਰ ਜਗ੍ਹਾ ਚਾਹੀਦੀ ਹੈ। ਤੋ ਸਵਾਲੀਆ ਫਿਕਰਾ ਭਗਤ ਕਬੀਰ ਸਾਹਮਣੇ ਰੱਖਦੇ ਨੇ। ਕਹੋ ਪੰਡਿਤ ਸੂਚਾ ਕੌਣ ਥਾਂ, ਜਹਾਂ ਬੈਸ ਹੋ ਭੋਜਨ ਖਾਓ। ਹੁਣ ਤੂੰ ਹੀ ਮੈਨੂੰ ਦੱਸ ਕਿ ਜਗ੍ਹਾ ਕਿਹੜੀ ਸੁੱਚੀ ਹੈ। ਪ੍ਰਥਮ ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੇਂ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਜੇ ਸੱਚ ਜਾਣੇ, ਹਰ ਇੱਕ ਮਨੁੱਖ ਦੇ ਮਾਂ-ਬਾਪ ਵੀ ਝੂਠੇ ਨੇ। ਕੁਛ ਨਾ ਕੁਛ ਮਨ ਦੇ ਚ ਲੋਭ ਆਉਂਦਾ ਹੈ, ਕੁਛ ਨਾ ਕੁਛ ਦ੍ਰਿਸ਼ਟੀ ਦੇ ਚ ਆਉਂਦਾ ਹੈ, ਕੁਛ ਨਾ ਕੁਛ ਕੰਨਾਂ ਦੇ ਚ ਪਰਾਈ ਚੁਗਲੀ ਦਾ ਰਸ ਆਉਂਦਾ ਹੈ। ਕੋਈ ਵਿਰਲਾ ਹੀ ਮਨੁੱਖ ਹੋਵੇਗਾ ਜਿਹਦੀ ਮਾਂ ਸੁੱਚੀ ਹੋਵੇ, ਜਿਹਦਾ ਪਿਤਾ ਸੁੱਚਾ ਹੋਵੇ, ਜਾਂ ਜਿਸ ਦੀ ਪਤਨੀ ਸੁੱਚੀ ਹੋਵੇ। ਤੇ ਉਹਨਾਂ ਨੇ ਹੀ ਭੋਜਨ ਬਣਾਇਆ ਹੈ ਨਾ, ਉਹਨਾਂ ਨੇ ਹੀ ਪ੍ਰਸ਼ਾਦ ਬਣਾਇਆ ਹੈ। ਜੇ ਝੂਠਿਆਂ ਨੇ ਪ੍ਰਸ਼ਾਦ ਬਣਾਇਆ ਹੈ ਤੋ ਇੰਜ ਕਹਿ ਲੋ, ਇਹ ਤੇ ਬਣਿਆ ਹੀ ਝੂਠਾ ਹੈ, ਅਗਰ ਤੇਰੀ ਮਨੋਤ ਨੂੰ ਮੰਨੀਏ। ਫਿਰ ਝੂਠਿਆਂ ਤੋਂ ਝੂਠ ਹੀ ਜੰਮਦਾ ਹੈ। ਆਵੇਂ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਕਹੋ ਪੰਡਿਤ ਸੂਚਾ ਕੌਣ ਥਾਂ, ਜਹਾਂ ਬੈਸ ਹੋ ਭੋਜਨ ਖਾਓ। ਬ੍ਰਾਹਮਣ ਨੇ ਕਿਹਾ, ਕਬੀਰ ਗਊ ਦਾ ਗੋਬਰ ਲੇਪਣਾ ਚਾਹੀਦਾ ਹੈ ਧਰਤੀ ਤੇ। ਉਸ ਲੇਪੀ ਹੋਈ ਜ਼ਮੀਨ ਤੇ ਪਾਣੀ ਦੇ ਛਿੱਟੇ ਮਾਰ ਕੇ ਥਾਲ ਰੱਖਣਾ ਚਾਹੀਦਾ ਹੈ, ਫਿਰ ਭੋਜਨ ਛਕਣਾ ਚਾਹੀਦਾ ਹੈ। ਤੋ ਕਬੀਰ ਕਹਿੰਦੇ ਨੇ, ਗੋਬਰ ਝੂਠਾ, ਚੌਕਾ ਝੂਠਾ, ਝੂਠੀ ਦੀਨੀ ਕਾਰਾ। ਜੇ ਮੇਰੀ ਦ੍ਰਿਸ਼ਟੀ ਚ ਗੋਇਆ ਹੀ ਝੂਠਾ ਹੋਵੇ ਤੇ ਫਿਰ ਇਹ ਕਿਸ ਤਰ੍ਹਾਂ ਪਾਵਨ ਕਰੇਗਾ, ਕਿਸ ਤਰ੍ਹਾਂ ਪਵਿੱਤਰ ਕਰੇਗਾ। ਆਪਣੀ ਧਾਰਨਾ ਹੈ, ਆਪਣੀ ਆਪਣੀ ਮਨੋਤ ਹੈ, ਮੈਂ ਇਸ ਨੂੰ ਪਾਵਨ ਨਹੀਂ ਮੰਨਦਾ ਔਰ ਇਹ ਤੇ ਝੂਠਾ ਹੈ। ਤੇ ਇਸ ਝੂਠੇ ਗੋਬਰ ਦੇ ਨਾਲ ਚੌਕਾ ਸੁੱਚਾ ਕਿਸ ਤਰ੍ਹਾਂ ਹੋ ਗਿਆ। ਭਗਤ ਕਬੀਰ ਕਹਿੰਦੇ ਨੇ, ਬ੍ਰਾਹਮਣ ਦੇਵਤਾ, ਮੈਂ ਤੈਨੂੰ ਦੱਸਾਂ ਸੁੱਚ ਦਾ ਜਨਮ ਕਿਵੇਂ ਹੁੰਦਾ ਹੈ, ਪਵਿੱਤਰਤਾ ਕਿਵੇਂ ਪੈਦਾ ਹੁੰਦੀ ਹੈ। ਗੋਬਰ ਝੂਠਾ, ਚੌਕਾ ਝੂਠਾ, ਝੂਠੀ ਦੀਨੀ ਕਾਰਾ। ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਜਿਸ ਦੇ ਹਿਰਦੇ ਵਿੱਚ ਸੱਚ ਦੀ ਵਿਚਾਰ ਹੈ, ਜੋ ਸੱਚ ਦਾ ਚਿੰਤਨ ਕਰ ਰਿਹਾ ਹੈ, ਉਹ ਜਿੱਥੇ ਵੀ ਬੈਠਾ ਹੈ ਜਗ੍ਹਾ ਨੂੰ ਸੁੱਚਾ ਕਰੇਗਾ। ਨਾ ਕਿ ਸੁੱਚੀ ਜਗ੍ਹਾ ਤੇ ਬੈਠ ਕੇ ਉਹ ਸੁੱਚਾ ਹੋਵੇਗਾ, ਨਹੀਂ, ਉਹ ਜਿੱਥੇ ਬੈਠੇਗਾ ਉਹਦੇ ਬੈਠਣ ਨਾਲ ਜਗ੍ਹਾ ਸੁੱਚੀ ਹੋਵੇਗੀ। ਉਹ ਜਿੱਥੇ ਬੈਠੇਗਾ ਉਹਦੇ ਬੈਠਣ ਨਾਲ ਜਗ੍ਹਾ ਪਾਵਨ ਹੋਵੇਗੀ। ਉਹ ਜਿੱਥੇ ਬੈਠੇਗਾ ਉਸਦੇ ਬੈਠਣ ਨਾਲ ਹੀ ਪਵਿੱਤਰਤਾ ਆਲੇ ਦੁਆਲੇ ਖਿਰਲੇਗੀ। ਇੱਕ ਸੂਫੀ ਫਕੀਰ ਦੀ ਗਾਥਾ ਯਾਦ ਆਈ। ਅਕਸਰ ਇੱਕ ਪਿੰਡ ਦੀ ਗਲੀ ਚੋਂ ਰੋਜ਼ ਲੰਘਦਾ ਸੀ। ਕਦੀ ਕਦਾਈ ਪਿੰਡ ਵਾਸੀ ਉਸਦੇ ਭਿਕਸ਼ਾ ਪਾਤਰ ਦੇ ਵਿੱਚ ਭੋਜਨ ਪਾ ਦਿੰਦੇ ਨੇ। ਕਦੀ ਕੋਈ ਬਸਤਰ ਦੇ ਦਿੰਦਾ ਹੈ, ਕਦੀ ਕੋਈ ਫਲ ਇਤਿਆਦਿਕ ਦੇ ਦਿੰਦਾ ਹੈ। ਲੇਕਿਨ ਇਹ ਫਕੀਰ ਮੰਗਦਾ ਨਹੀਂ, ਖਾਮੋਸ਼ੀ ਦੇ ਨਾਲ ਲੰਘ ਜਾਂਦਾ ਹੈ। ਇੱਕ ਦਿਨ ਇੱਕ ਬਜ਼ੁਰਗ ਨੇਤਾ ਨੇ, ਜੋ ਮਹੱਲੇ ਦਾ ਮੁਖੀ ਸੀ, ਕਹਿ ਦਿੱਤਾ, ਫਕੀਰ ਸਾਈਂ, ਰੋਜ਼ ਗਲੀ ਤੋਂ ਲੰਘਦੇ ਹੋ ਤੇ ਗਲੀ ਦੇ ਵਾਸੀ ਤੁਹਾਡੇ ਭਿਕਸ਼ਾ ਪਾਤਰ ਨੂੰ ਭਰ ਦਿੰਦੇ ਨੇ, ਪਰ ਕਮ ਸੇ ਕਮ ਤੁਸੀਂ ਕੁਝ ਉਪਦੇਸ਼ ਦੇ ਕੇ ਜਾਇਆ ਕਰੋ, ਸਾਡੇ ਹਿਰਦਿਆਂ ਨੂੰ ਵੀ ਭਰੋ।
कोई परमात्मा की गल सुना के जाओ, कोई परमात्मा की प्रेरणा दे के जाओ, कुछ बोलो, कुछ दसो। फकीर कहन लगा, अगर मेरे लंघण दे नाल किसी नूं कुछ नहीं मिलिया तो मेरे बोलण नाल भी किसी नूं कुछ नहीं मिलण लगा। जे तैनूं मेरे लंघण नाल कुछ नहीं प्राप्त होया तो याद रख, मेरे बोलण नाल भी कुछ नहीं प्राप्त होया। अगर मेरे कोल कुछ है तो मैं बिना बोलां तो ही दे जावांगा। ऐसा पुरुष अपने शरीर के आले दुआले ऐसी पवित्र तरंगां नूं जन्म देंदा है कि पास के लोग प्रभावित होंदे ने, उसकी गिरफ्त ते चाहुंदे ने। उस पवित्रता का बकायदा असर होंदा है। इसे वास्ते आख्या जाता है कि जिस थां ते बैठ के लगातार नाम जपया जाए और बहुत सारे जपन और बहुत मुद्दत तक जपया जाए, वो जगह जीवंत हो जाती है। उत्थे धर्म का जीवन पैदा हो जाता है, उत्थे रूहानी जिंदगी पैदा हो जाती है। नास्तिक तो नास्तिक मनुख भी अगर उस जगह ते चला जाए, उसका मन अंदोलत होगा, उसके मन ते प्रभाव पेगा। इस वास्ते पृथ्वी दे जीवत मंदिर बहुत थोड़े ने जिथे बैठिए ते रूहानी जीवन मिले। जिस तरह मनुखा दियां आत्मावां मुर्दियां ने, चेतना बिल्कुल मुर्दा हो चुकी है, बेशतर धार्मिक मंदिर भी मुर्दा ने। जिथे बैठ के चैन ना मिले, जिथे बैठ के सुकून ना मिले, कहना पेगा ये मंदिर मृतक मंदिर है, इसते ते मुर्दमी छाई हुई है, इथे बैठे हाँ कोई जीवन प्राप्त नहीं हो रहा। भगत पीपा जी ते कहंदे ने, जिस हिरदे विच परमात्मा दा नाम है वो मनुख चलदा फिरदा हरि दा मंदिर है, वो मनुख चलदा फिरदा तीर्थ है। कायो देवा कायो देवल कायो जंगम जाति। देवल देव अस्थान नूं कहंदे ने, मंदिर नूं कहंदे ने। भगत पीपा जी कहंदे ने, हुण मेरी काया ही मंदिर बन गई है। कायो देवा, हुण मेरी काया ही देवता बन गई है, हुण मेरी काया ही धार्मिक मंदिर बन गई है, देवस्थान बन गई है। कायो देवा कायो देवल कायो जंगम जाति। हुण मेरी काया ही तीर्थ यात्री है। पर यंगम विचरदा होया, थां थां ते भरमदा होया। कायो जंगम जाति कायो धूप दीप नहीं बेदा कायो पूजो पाती। हुण मैनू बाहरों फुल इकट्ठे करने की लोड़ नहीं, मेरी काया ही फुल बन गई है। हुण मैनू बाहरों अगरबत्ती धूप दीप इत्यादि की लोड़ नहीं, मेरी काया ही अगरबत्ती बन गई है। हुण मेरी काया दे च ही महक है, हुण मेरी काया ही कोमलता की प्रदर्शनी करती है, कोमलता का प्रगटावा करती है। इस वास्ते मैनू किसी तरीके की भी हुण सुगंधी की लोड़ नहीं, हुण काया ही सुगंधित हो गई है। काया बहुखंड खोजते नौ निद पाई ना कछ आए बो ना कछ जाए बो राम की दुहाई। इस काया दे खोजदियां खोजदियां मैं नौ निद नाम की प्राप्ति कर ली है, और जिस दिन की प्राप्ति की थी है काया मंदिर बन गई है, काया धार्मिक स्थान बन गई है। ऐसा जो मनुख है किसी गली तो भी लंघेगा, समुची गली नू धर्म मंदिर बना जाएगा। ऐसा मनुख जिस माहौल विच बैठेगा चारों पासे पवित्रता ही खिलेरेगा। भाई गुरदास ने एक गाथा लिखी है बड़ी सुंदर। अद्धी रात का वक्त है, बदल गरज रहे ने और अचानक मूसलाधार बारिश होने लगी। गली दे चों एक साधु लंघ रहा है, ठंड दे दिन, ऊपर वर्षा, पर गली वेसवा दी गली सी, गनका लोगां दी गली सी। द्वार ते दस्तक दिती, बूहा खोलिया, एक बीबी ने, एक वेसवा ने। साधु कहंदा है, मां बाहर बड़ी ठंड है, जोर दा मींह है, तू मैनू बैठन लई थोड़ी थां दे। इशारा कर दिता वेसवा ने, बैठ जाओ। पर जैसे वो वेसवा दे कोठे च बैठा, उदी काया तो जेड़ियां पवित्र लहरां प्रगट होईयां, वेसवा दी जबान तो
ਰਾਮ ਰਾਮ ਨਿਕਲਣਾ ਸ਼ੁਰੂ ਹੋਇਆ, ਜੋ ਇਸ ਤੋਂ ਪਹਿਲੇ ਕਤਈ ਨਿਕਲਿਆ ਹੀ ਨਹੀਂ ਸੀ, ਜੋ ਇਸ ਤੋਂ ਪਹਿਲੇ ਉਸਨੇ ਕਦੀ ਉਚਾਰਨ ਨਹੀਂ ਕੀਤਾ ਸੀ। ਉਸਦੀ ਦ੍ਰਿਸ਼ਟੀ ਪਈ ਮਹਾਤਮਾ ਦੀ ਵੇਸਵਾ ਤੇ ਦ੍ਰਿਸ਼ਟੀ ਵਿੱਚ ਅੰਮ੍ਰਿਤ ਸੀ। ਉਹਨੇ ਚਾਰੋਂ ਪਾਸੇ ਕੋਠੇ ਤੇ ਦ੍ਰਿਸ਼ਟੀ ਮਾਰੀ ਤਾਂ ਕੋਠੇ ਦੇ ਵਿੱਚ ਅੰਮ੍ਰਿਤ ਬਰਸ ਗਿਆ। ਉਸ ਅੰਮ੍ਰਿਤ ਦੇ ਵਿੱਚ ਭਿੱਜ ਗਈ ਇਹ ਵੇਸਵਾ। ਰਾਮ ਰਾਮ ਕਹਿੰਦਿਆਂ ਸਮਾਧੀ ਲੀਨ ਹੋਣ ਲੱਗੀ। ਅੰਮ੍ਰਿਤਮਈ ਵਰਸ਼ਾ ਉਹਦੇ ਹਿਰਦੇ ਤੇ ਹੋਣ ਲੱਗੀ, ਲੇਕਿਨ ਬਾਹਰ ਬਦਲਾਂ ਦੀ ਵਰਸ਼ਾ ਥੰਮ ਗਈ। ਸਾਧੂ ਵੇਸਵਾ ਦੇ ਕੋਠੇ ਤੋਂ ਨਿਕਲਿਆ, ਲੇਕਿਨ ਇਹ ਕੋਠਾ ਨਾ ਰਿਹਾ, ਉਹਦੇ ਧਾਰਮਿਕ ਮੰਦਿਰ ਬਣ ਗਿਆ। ਉਹਦੇ ਚ ਰਹਿਣ ਵਾਲੀ ਦੇਵੀ ਬਣ ਗਈ। ਸੰਤ ਤੇ ਉਹ ਹੈ ਜੋ ਕੋਠੇ ਤੇ ਵੀ ਬੈਠੇ ਤੇ ਕੋਠੇ ਨੂੰ ਮੰਦਿਰ ਬਣਾ ਦੇਵੇ। ਅਸੰਤ ਉਹ ਹੈ ਜੋ ਕਿਸੇ ਪਵਿੱਤਰ ਅਸਥਾਨ ਨੂੰ ਵੀ ਭ੍ਰਸ਼ਟ ਕਰੇ, ਮਲੀਨ ਕਰੇ, ਮੈਲਾ ਕਰ ਦੇਵੇ। ਪਰ ਸੰਤ ਉਹ ਹੈ ਜੋ ਅਪਵਿੱਤਰ ਥਾਂ ਤੇ ਵੀ ਬੈਠਦਾ ਹੈ, ਇਤਨੀ ਪਵਿੱਤਰਤਾ ਖਲੇਰਦਾ ਹੈ ਕਿ ਉਹ ਧਾਰਮਿਕ ਮੰਦਿਰ ਬਣ ਜਾਂਦਾ ਹੈ, ਉਹ ਦੇਵਲ ਬਣ ਜਾਂਦਾ ਹੈ। ਸਾਹਿਬ ਕਹਿੰਦੇ ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਏ। ਗੁਰੂ ਦੁਆਰਾ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦੀਕਸ਼ਾ ਮਿਲੀ ਹੈ, ਜਿਨ੍ਹਾਂ ਨੂੰ ਸੂਝ ਤੇ ਸਮਝ ਮਿਲ ਗਈ ਹੈ, ਉਹਨਾਂ ਨੂੰ ਕੋਈ ਸੂਤਕ ਨਹੀਂ ਪੌੜੀ। ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀ ਵਡਿਆਈਆਂ। ਜਿਸ ਸਤਿਗੁਰ ਦੇ ਅੰਦਰ ਬੜੀਆਂ ਵੱਡੀਆਂ ਵਡਿਆਈਆਂ ਨੇ, ਦੇਵੀ ਗੁਣ ਨੇ, ਪਰਮਾਤਮ ਪ੍ਰਕਾਸ਼ ਹੈ, ਆਨੰਦ ਹੈ, ਸਮਾਧੀ ਹੈ, ਉਸ ਨੂੰ ਵੱਡਾ ਵੱਡਾ ਕਰਕੇ ਤੂੰ ਸਲਾਹ। ਕਿਆ ਇਹ ਖੁਸ਼ਾਮਦ ਨਹੀਂ? ਜੋ ਪ੍ਰਮਾਤਮਾ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ, ਆਖਣ ਵਾਲਾ ਵੱਡਾ ਹੋ ਜਾਂਦਾ ਹੈ, ਆਖਣ ਵਾਲਾ ਛੋਟਾ ਨਹੀਂ ਰਹਿ ਜਾਂਦਾ। ਇਸ ਵਾਸਤੇ ਪਰਮਾਤਮਾ ਦੀ ਮਹਿਮਾ ਗਾਇਨ ਕਰਨੀ, ਪਰਮਾਤਮਾ ਦੀ ਖੁਸ਼ਾਮਦ ਨਹੀਂ, ਆਪਣੇ ਆਪ ਨੂੰ ਮਹਾਨ ਬਣਾਉਣਾ ਹੈ, ਆਪਣੇ ਆਪ ਨੂੰ ਉੱਚਾ ਬਣਾਉਣਾ ਹੈ। ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸੇ ਮੈਲੇ ਤਨ ਅਦਰੀ ਆਈਆਂ। ਜੇ ਪ੍ਰਮਾਤਮਾ ਗੁਰੂ ਦਾ ਮਿਲਾਪ ਕਰਾ ਦੇਵੇ ਤਾਂ ਇਹ ਵਡਿਆਈਆਂ ਦਿਖਾਈ ਦੇਣ ਲੱਗ ਪੈਂਦੀਆਂ ਨੇ। ਜਾਂ ਤਿਸ ਭਾਣਾ ਤਾਂ ਮਨ ਵਸ ਆਈਆਂ। ਜੇ ਪ੍ਰਮਾਤਮਾ ਨੂੰ ਭਾ ਜਾਈਏ ਤਾਂ ਇਹ ਵਡਿਆਈਆਂ ਮਨ ਵਿੱਚ ਆਣ ਵਸਦੀਆਂ ਨੇ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ। ਪੂਰਨ ਗੁਰਦੇਵ ਨੇ ਮਸਤਕ ਤੇ ਹਰ ਧਰਿਆ, ਸੋਚਣੀ ਸਾਰੀ ਬਦਲ ਗਈ, ਬੁਰੀ ਭਾਵਨਾ ਸਾਰੀ ਮਿਟ ਗਈ। ਸਹਿ ਤੁਠੇ ਨੌ ਨਿਧ ਪਾਈਆਂ। ਪਰਮਾਤਮਾ ਦੀ ਬਖਸ਼ਿਸ਼ ਹੋਈ ਤੇ 9 ਨਿਧੀਆਂ ਘਰ ਦੇ ਵਿੱਚ ਹੀ ਪ੍ਰਾਪਤ ਹੋ ਗਈਆਂ। ਪਰਮ ਆਨੰਦ ਘਰ ਦੇ ਵਿੱਚ ਹੀ ਪ੍ਰਾਪਤ